अस्सलाम वालेकुम नाजरीन, प्रोग्राम पंजाब टू न्यूयॉर्क के साथ मैं हूं आपकी मेज़बान आदिया नाज। आज का प्रोग्राम बहुत दिलचस्प होने जा रहा है क्योंकि आज हमारे मेहमान एक सिख टैक्सी ड्राइवर हैं जो कि हंसते भी हैं, हंसाते भी हैं, बस थोड़े से कंजूस हैं। खैर इतना तो चलता ही है। खुशामदीद सिख साहब, कैसे हैं आप? सत श्री अकाल जी, सत श्री अकाल ਸਾਰਿਆਂ ਨੂੰ। ਵਾਹਿਗੁਰੂ का ਖਾਲਸਾ ਤੇ ਵਾਹਿਗੁਰੂ की फतेह। बहुत बहुत शुक्रिया ਤੁਹਾਡੇ ਕਿ ਤੁਸੀਂ ਮੈਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਛੱਡਿਆ। सरदार जी, अपना नाम ज़रा हमारे देखने वालों को बताइएगा, आपका नाम क्या है? मेरा पूरा नाम जी परमजीत सिंह पटिंडे वाला। तो ये आप न्यूयॉर्क में क्या कर रहे हैं? ਨਿਊਯਾਰਕ ਦੇ ਵਿੱਚ ਮੱਝਾਂ ਗਾਵਾਂ ਰੱਖੀਆਂ ਨੇ, ਦੁੱਧ ਵੇਚਦੇ ਇੱਥੇ। ਇੱਥੇ ਕੋ 8-10 ਏਕੜ ਲਏ ਨੇ, ਉੱਥੇ ਮਤਲਬ ਬੀਜ ਹੋਈਦਾ, ਕੋ ਕਣਕਾਂ ਕੁਣਕਾਂ। ਉਹ ਬੀਬੀ ਇੱਥੇ ਟੈਕਸੀ ਚਲਾਉਂਦੇ ਆ, ਹੋਰ ਕੀ ਕਰਨਾ, ਮਤਲਬ ਹੋਰ ਕੀ ਇੱਥੇ ਇਹਨਾਂ ਨੇ ਮੈਨੂੰ ਕੋਈ ਡੀਸੀ ਲਾ ਦੇਣਾ ਸੀ ਜਿਹੜੇ ਵੇਲੇ मैं ਇੱਥੇ आया। अच्छा परमजीत सिंह जी, आप जो बात कर रहे हैं मुझे वो समझ नहीं आ रही, आप कहना क्या चाह रहे हैं? देखो बीबी जी, मेरा जरा स्टाइल है ना गल करन दा, ਉਹ ਇਹੀ ਹੈ। ਤੁਹਾਨੂੰ ਸਮਝਣਾ ਪੈਣਾ ਹੈ। ਅਗਰ ਤੁਹਾਨੂੰ ਮੇਰੇ ਸਟਾਈਲ ਦੀ ਸਮਝ ਨਹੀਂ ਆ ਰਹੀ ਤੇ ਇਹਦੇ ਤੇ ਮੇਰਾ ਕੋਈ ਕਸੂਰ ਨਹੀਂ, ਕਿਉਂਕਿ ਮੈਂ ਤੇ ਬੋਲਦਾ ਮਖੌਲ ਕਰਦਾ ਮੈਂ ਤੇ ਐਵੇਂ ਹੀ ਬੋਲਦਾ। ਉਹ ਤਾਂ ਸਭ ਮੇਰੇ ਜਿਹੜੇ ਸੰਗੀ ਬੇਲੀ ਯਾਰ ਦੋਸਤ ਹੈਗੇ ਨੇ, ਉਹ ਸਾਰੇ ਮੈਨੂੰ ਕਹਿੰਦੇ ਨੇ ਕਿ ਜੀ ਪਰਮਿਆ ਤੂੰ ਬੜਾ ਮਤਲਬ ਤੂੰ ਬੜਾ ਬਿਹਤਰੀਨ ਮਤਲਬ ਤੇਰੇ ਨਾਲ ਬਹੁਤ ਮਜ਼ਾ ਆਉਂਦਾ ਟਾਈਮ ਸਪੈਂਡ ਕਰਕੇ। अच्छा ਹਾਂਜੀ, ਤੇ ਤੁਸੀਂ ਕਹਿ ਰਹੇ ਹੋ ਮੈਂ ਤੁਹਾਨੂੰ ਸਮਝ ਹੀ ਨਹੀਂ ਆ ਰਿਹਾ। ਮੈਂ ਤਾਂ ਕੋਈ ਮੁਸ਼ਕਿਲ ਚੀਜ਼ ਹੀ ਨਹੀਂ, ਮੈਂ ਤਾਂ ਬਹੁਤ ਜਲਦੀ ਸਮਝ ਜਾਣ ਵਾਲੀ ਚੀਜ਼ ਆ। अच्छा सरदार जी, ज़रा तफसील के साथ बताएं कि आप करते क्या हैं? मैं मैनहट्टन ਦੇ ਵਿੱਚ ਟੈਕਸੀ ਚਲਾਉਂਦਾ ਔਰ ਸਾਰੇ ਮਾਮਲਾਤ ਬਹੁਤ ਅੱਛੇ ਚੱਲ ਰਹੇ ਸੀ। ਬਹੁਤ ਮਜ਼ਾ, ਵਾਵਾ ਪੈਸਾ, ਇੱਧਰੋਂ ਪੈਸਾ ਉੱਧਰੋਂ ਪੈਸਾ, ਜਿਹਨੂੰ ਕਹਿੰਦੇ ਨੇ ਕਿ ਜੀ ਥੱਲੋਂ ਪੈਸਾ ਉੱਤੋਂ ਪੈਸਾ, ਹਰ ਸਾਈਡ ਤੋਂ ਪੈਸਾ, ਸਵਾਰੀਆਂ, ਪੀਲੀ ਟੈਕਸੀ ਦੀ ਰੇਲ ਪੇਲ, ਮਤਲਬ ਵਾਵਾ ਗੱਡੀ ਦੀਆਂ ਧੂਮਾਂ, ਗੱਡੀ ਦੇ ਵਿੱਚ ਹਰ ਵੇਲੇ ਗਾਣੇ ਚਲਾਣੇ। ਮੈਂ ਨਿਕਲਾ ਗੱਡੀ ਲੈ ਕੇ ਤੇ ਅੰਮ੍ਰਿਤਸਰ ਕਦੋਂ ਗੁਜ਼ਰਿਆ ਤੇ ਮੈਂ ਲਾਹੌਰ ਪਹੁੰਚ ਗਿਆ ਤੇ ਫਿਰ ਇੱਕ ਹੋਰ ਗਾਣਾ ਮੈਂ ਬੜੀ ਉੱਚੀ ਆਵਾਜ਼ ਵਿੱਚ ਚਲਾਉਂਦਾ ਹਾਂ। ਉਹ ਗਾਣਾ ਕਿ ਜਦੋਂ ਤੁਹਾਨੂੰ ਪਤਾ ਕਿ ਬੰਦਾ ਜਦੋਂ ਗੱਡੀ ਚਲਾਉਂਦਾ ਬੰਦਾ ਇਕੱਲਾ ਹੁੰਦਾ ਤੇ ਗੱਡੀ ਦੇ ਵਿੱਚ ਹਰ ਬੰਦਾ ਤੇ ਪੰਜਾਬੀ ਨਹੀਂ ਬੈਠਦਾ ਨਾ। हाँ ਕੋਈ ਮਤਲਬ ਗੋਰਾ ਬਹਿ ਜਾਏਗਾ, ਕੋਈ ਸਪੈਨਿਸ਼ ਬਹਿ ਜਾਏਗਾ, ਕੋਈ ਕਿਸੇ ਹੋਰ ਕੰਟਰੀ ਦਾ ਬਹਿ ਜਾਏਗਾ। ਤੇ ਫਿਰ ਬੰਦਾ ਗਾਣਾ ਲਾਉਂਦਾ ਕਿ ਜੀ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ। ਤੇ ਮੈਨੂੰ ਯਾਦ ਹੈ ਮੇਰੇ ਯਾਰ ਦੀ। ਬਸ ਦੌਰ ਬਹੁਤ ਚੰਗਾ ਸੀ, ਲੇਕਿਨ ਸੀ ਹੁਣ ਨਹੀਂ ਹੈਗਾ। ਹੁਣ ਕੀ ਹੋਇਆ? ਬਸ ਦੌਰ ਮਤਲਬ ਇਹ ਜਦੋਂ ਤੇ ਇਹ ਬੰਬ ਮਾਰਿਆ ਨਾ ਸਾਡੇ ਤੇ ਉਬਰਾਂ ਨੇ ਤੇ ਲਿਫਟਾਂ ਨੇ, ਉਸ ਵੇਲੇ ਤੋਂ ਬਾਅਦ ਫਿਰ ਹਾਲਾਤ ਬੜੇ ਖਰਾਬ ਹੋ ਗਏ। ਮੈਂ ਟੈਕਸੀ ਦੇ ਮੈਡੇਲੀਅਨ ਦਾ ਮਾਲਕ ਸੀ, ਬਸ ਫਿਰ ਉਸ ਤੋਂ ਬਾਅਦ ਹਾਲਾਤ ਬੁਰੇ ਹੋ ਗਏ। ਕੀ ਕਰ ਸਕਦੇ ਹਾਂ बताओ। तो अब मामलात को क्या हो गया है? इंडस्ट्री हो गई तबाह। हाँ जी, ਤੇ ਬਸ ਫਿਰ ਮਤਲਬ ਉਹ ਕਮਾਈਆਂ ਰੁੱਲ ਗਈਆਂ, ਉਹ ਡਾਲਰ ਰੁੱਲ ਗਏ। ਮੇਰੇ ਕੋਲ ਤੇ ਇੰਨੇ ਡਾਲਰ ਹੁੰਦੇ ਸੜ ਕੇ ਗਿਣ ਕੇ ਮੇਰੇ ਥੁੱਕ ਖਤਮ ਹੋ ਜਾਂਦੀ। ਇੰਨੇ ਡਾਲਰ ਕਮਾਏ ਮੈਂ, ਬਹੁਤੇ ਡਾਲਰ। ਓ ਹੋ ਇੰਨੇ ਪੈਸੇ ਛਾਪੇ ਕਿ ਜਿਹਦਾ ਕੋਈ ਹਿਸਾਬ ਨਹੀਂ। तो सरदार साहब, आपकी शादी क्यों नहीं है अभी तक? ਸ਼ਾਦੀ ਦਾ ਡਾਇਰੈਕਟ ਕਨੈਕਸ਼ਨ ਜਿਹੜਾ ਉਹ ਇਸ ਗੱਲ ਦੇ ਨਾਲ ਹੈ, पैसे ना? अच्छा। ਸ਼ਾਦੀ ਦਾ ਡਾਇਰੈਕਟ, ਸ਼ਾਦੀ ਵੇਖੋ ਮੁਫਤ ਤੇ ਹੋਣੀ ਨਹੀਂ, ਉਹਦੇ ਤਾਂ ਲੱਗਦਾ ਪੈਸਾ ਕਿੱਧਰੋਂ ਕਮਾਈਏ ਦੱਸੋ। ਮੈਡੇਲੀਅਨ ਮਤਲਬ ਮੇਰਾ ਮੈਡੇਲੀਅਨ ਉਸ ਤੋਂ ਬਾਅਦ ਹੁਣ ਤੇ ਮਤਲਬ ਕਰਜ਼ਿਆਂ ਲਈ ਬੈਂਕਾਂ ਦੇ ਲੈਟਰ ਆਉਂਦੇ ਨੇ ਭਾਈ, ਕਰਜ਼ਾਈ ਹੋ ਗਏ ਅਸੀਂ ਤੇ ਕਰਜ਼ਾਈ ਹੋ ਗਏ। अच्छा ਬਸ ਪਹਿਲੇ ਵਾਲਾ ਦੌਰ ਬਹੁਤ ਚੰਗਾ ਸੀ, ਹੁਣ ਦੌਰ ਚੰਗਾ ਨਹੀਂ ਰਿਹਾ। अच्छा। ਹੁਣ ਉਹ ਕਮਾਈਆਂ ਸ਼ਮਾਈਆਂ ਨਹੀਂ ਹੈਗੀਆਂ ਤੇ ਜਿਹੜੇ ਵੇਲੇ ਕਮਾਈਆਂ ਨਹੀਂ ਹੁੰਦੀਆਂ ਫਿਰ ਸ਼ਾਦੀਆਂ ਕਿੱਥੋਂ ਹੁੰਦੀਆਂ ਨੇ। हाँ ये भी है। ਇਸ ਲਈ ਬਸ ਕਮਾਈ ਨਹੀਂ ਤੇ ਫਿਰ ਸ਼ਾਦੀ ਵੀ ਨਹੀਂ। अच्छा, सुना है कि आप अंग्रेजी अच्छी नहीं बोल सकते? आई स्पीक वेरी वेल इंग्लिश, बट समटाइम मतलब थोड़ी जिन्नी जरा लूज हो जाती है अंग्रेजी, थोड़ी जिन्नी जरा मतलब ਕੀ ਦੱਸਾਂ ਮੈਂ ਤੁਹਾਨੂੰ ਕਿ ਮਤਲਬ ਥੋੜਾ ਜਿੰਨਾ ਬਸ ਸਮਝ ਆਓ ਨਾ ਤੁਸੀਂ, ਅੱਗੇ ਪਿੱਛੇ ਹੋ ਜਾਂਦਾ। ਹਾਂਜੀ, ਥੋੜਾ ਜਿੰਨਾ ਜ਼ਰਾ ਅੱਗੇ ਪਿੱਛੇ ਹੋ ਜਾਂਦੀ ਹੈ। ਕਦੇ ਕਦੇ ਉਹ ਸਪੈਲਿੰਗ ਦਾ ਮਸਲਾ ਬਣ ਜਾਂਦਾ, ਕਦੇ ਉਹ ਅਲਫਾਜ਼ ਕੋਈ ਇੰਨੇ ਹੁੰਦੇ ਨੇ ਤੇ ਬੜ ਜਾਂਦਾ ਥੋੜਾ ਜਿੰਨਾ ਮਸਲਾ। ਲੇਕਿਨ ਕੰਮ ਕੁੰਮ ਆਪਾਂ ਚਲਾ ਲਈਦਾ। अच्छा। ਮੈਂ ਤਾਂ ਸਪੈਨਿਸ਼ ਨਾਲ ਵੀ ਗੱਲ ਕਰ ਲੈਂਦਾ। ਪਤਾ ਹੈ ਕਿ ਮਤਲਬ
ਕਿਹੜਾ ਮਸਲਾ ਅੱਜ ਕੱਲ, ਕਿਹੜਾ ਮਸਲਾ ਹੈ ਟੈਕਸੀ ਚਲਾਉਣਾ? हाँ ये भी है। ਅੱਜ ਕੱਲ ਕਿਹੜਾ ਮਸਲਾ ਹੈ? ਔਰ ਟੈਕਸੀ ਚਲਾਉਣਾ ਕੋਈ ਬੁਰੀ ਗੱਲ ਹੈ? नहीं ਹਰ नहीं ਬੰਦਾ ਕਰਦਾ ਕਿ ਜੀ ਮਿਹਨਤ ਮਜ਼ਦੂਰੀ ਹੈ, ਤੁਸੀਂ ਮਿਹਨਤ ਮਜ਼ਦੂਰੀ ਕੋਈ ਵੀ ਕਰ ਸਕਦਾ, ਕਿੱਥੇ ਵੀ ਕਰ ਸਕਦਾ। ਤੇ ਮੈਨੂੰ ਤੇ ਬੜਾ ਫਖਰ ਹੈ ਕਿ ਮੈਂ ਇੱਥੇ ਮੈਨਹਟਨ ਦੇ ਵਿੱਚ ਟੈਕਸੀ ਚਲਾਉਣਾ ਵਾ। आपने कोई इंस्टीट्यूट बनाया अंग्रेजी सिखाने का? ਓਏ ਬੀਬੀ ਮੈਨੂੰ ਮਤਲਬ ਕੀ ਦੱਸਾਂ ਮੈਂ ਤੁਹਾਨੂੰ, ਇੱਕ ਨੂੰ ਕਿੱਲੀ ਜਾਣ ਵਾਲੇ ਨੂੰ ਕੀ ਪਤਾ ਕਿ ਜੀ ਇੰਸਟੀਟਿਊਸ਼ਨ ਕੀ ਹੁੰਦਾ ਤੇ ਅੰਗਰੇਜ਼ੀ ਕਿਹਨੂੰ ਕਹਿੰਦੇ। अच्छा। ਬਸ ਥੋੜਾ ਜਿਹਾ ਕੋ ਮਾੜਾ ਮੋਟਾ ਗੁਜ਼ਾਰਾ ਚਲਾ ਲਈਦਾ ਅੰਗਰੇਜ਼ੀ ਦੇ ਵਿੱਚ, ਥੋੜਾ ਜਿਹਾ ਰਹਿ ਕੇ। ਐਟਮੋਸਫੇਅਰ ਜਿਹੜਾ ਹੁੰਦਾ ਨਾ ਉਹ ਬੜਾ ਇਹਦੇ ਚ ਰੋਲ ਪਲੇ ਕਰਦਾ, ਇੱਕ ਮਾਹੌਲ ਨਹੀਂ, ਐਟਮੋਸਫੇਅਰ ਬੜਾ ਕਿਰਦਾਰ ਅਦਾ ਕਰਦਾ ਇਹਦੇ ਚ। ਐਟਮੋਸਫੇਅਰ ਤੁਹਾਡਾ ਜਿੰਨਾ ਚੰਗਾ ਹੋਏਗਾ ਉਸ ਤੋਂ ਬਾਅਦ ਤੁਸੀਂ ਉਨੀ ਚੰਗੀ ਜ਼ਬਾਨ ਬੋਲੋਗੇ, ਕੋਈ ਸੀ ਵੀ ਬੋਲੋ, ਮਤਲਬ ਤੁਸੀਂ ਗੁਰਮੁਖੀ ਬੋਲੋ, ਤੁਸੀਂ ਉਰਦੂ ਬੋਲੋ, ਤੁਸੀਂ ਹਿੰਦੀ ਬੋਲੋ, ਤੁਸੀਂ ਸਪੈਨਿਸ਼ ਬੋਲੋ, ਤੁਸੀਂ ਅੰਗਰੇਜ਼ੀ ਬੋਲੋ, ਤੁਸੀਂ ਕੋਈ ਵੀ ਜ਼ਬਾਨ ਬੋਲ लो। अच्छा आपकी अंग्रेजी अच्छी ना होने की वजह से क्या इसका कोई असर पड़ता है पब्लिक डीलिंग पर? देखो जी अंग्रेजी जिन्नी कम्स टू मी उन्नी ते मैं बोल लेना, ਜਿਹੜੀ ਨਹੀਂ ਆਦੀ ਤੇ ਫਿਰ ਇਸ਼ਾਰਿਆਂ 'ਚ ਕੰਮ ਚਲਾ ਲਈਦਾ। अच्छा। ਇਸ਼ਾਰੇ ਕਰ ਲੈ। ਠੀਕ ਹੈ ਜੀ, ਤੁਹਾਨੂੰ ਪਤਾ ਹੁਣ ਸਾਰੀਆਂ ਚੀਜ਼ਾਂ ਐਪ ਤੇ ਹੈਗੀਆਂ ਨੇ। ਐਪ ਤੇ ਇੰਨਾ ਮਤਲਬ ਬੋਲਣਾ ਹੀ ਨਹੀਂ ਪੈਂਦਾ। ਲਾਈਕ ਤੁਸੀਂ ਬੈਠੇ ਹੋ ਮੇਰੇ ਨਾਲ ਤਾਂ ਤੁਹਾਨੂੰ ਪਤਾ ਕਿ ਤੁਸੀਂ ਕਿੰਨੇ ਦੇਣੇ ਨੇ, ਮੈਨੂੰ ਪਤਾ ਕਿ ਮੈਂ ਲੈਣੇ ਕਿੰਨੇ ਨੇ, ਇਹ ਤੇ ਮੈਨੂੰ ਪਤਾ ਲੱਗਦਾ ਨਾ। ਇੰਨਾ ਤੇ ਮਤਲਬ ਇੰਨਾ ਤੇ ਮੈਂ ਛੋਟਾ ਕੋ ਬੱਚਾ ਹੈਗਾ ਵੀ ਨਹੀਂ, ਇੰਨਾ ਤੇ ਮੈਨੂੰ ਪਤਾ ਲੱਗਦਾ। मतलब अन्नी तालीम ਲਈ ਹੋਈ ਹੈ। ਹਾਂਜੀ ਮੈਂ ਪੜਿਆ ਨਹੀਂ ਤੇ ਕੜਿਆ ਜ਼ਰੂਰ ਹੋਇਆ, ਬਹੁਤ ਕੜਿਆ ਮੈਂ। ਬਹੁਤ ਜ਼ਿੰਦਗੀ ਦੇ ਬੜਾ ਮਤਲਬ ਬੜੇ ਐਕਸਪੀਰੀਅੰਸ ਹੈਗੇ ਨੇ ਜ਼ਿੰਦਗੀ ਦੇ ਵਿੱਚ। अच्छा। ਹਾਂਜੀ। अच्छा सरदार जी अंग्रेजी में कोई गाना हो जाए, कोई गाना सुना दें। ਤੈਨੂੰ ਅੰਗਰੇਜ਼ੀ 'ਚ ਗਾਣੇ ਆਉਂਦੇ ਨੇ? सुने ने ਨਹੀਂ ਮਤਲਬ ਤੁਹਾਨੂੰ ਅੰਗਰੇਜ਼ੀ 'ਚ ਗਾਣੇ ਆਉਂਦੇ ਨੇ? आंदे ने। ਮਤਲਬ ਇੰਨਾ ਅੱਛਾ ਸ਼ੋਖਾ ਬਣਨ ਦੀ ਕੋਈ ਲੋੜ ਨਹੀਂ ਹੈਗੀ ਟੀਵੀ ਤੇ ਬਹਿ ਕੇ ਕਿ ਮੈਨੂੰ ਅੰਗਰੇਜ਼ੀ ਦੇ ਵਿੱਚ ਗਾਣੇ ਆਉਂਦੇ ਨੇ ਤੇ ਮੈਂ ਕਿਸੇ ਹੋਰ ਨੂੰ ਕਹਾਂਗੀ ਤੇ ਉਹਨੂੰ ਅੰਗਰੇਜ਼ੀ ਦੇ ਵਿੱਚ ਗਾਣਾ ਨਹੀਂ ਆਉਂਦਾ। ਮੈਂ ਅੰਗਰੇਜ਼ੀ ਦੇ ਵਿੱਚ ਨਹੀਂ ਗਾ ਸਕਦਾ, ਸੁਣਦਾ ਇੰਜੋਏ ਕਰਦਾ, ਮਤਲਬ ਥੋੜਾ ਜਿੰਨਾ ਬੰਦਾ ਡਾਂਸ ਡੂੰਸ ਕਰ ਲੈਂਦਾ, ਥੋੜੇ ਜਿੰਨੇ ਹੱਥ ਪੈਰ ਅਸੀਂ ਵੀ ਲਾ ਲੈਂਦੇ ਆ। ਬਾਕੀ ਗਿੱਧੇ ਭੰਗੜੇ ਤੇ ਆਪਣਾ ਢੋਲ, ਆਈ ਲਵ ਢੋਲ, मतलब आई लव ढोल। लेकिन अंग्रेजी थोड़ा जी नजर हाथ जरा असल में आपके जो ग्राहक हैं वो शिकायत करते हुए नजर आते हैं, मतलब आपके साथ सफर करके परेशान होते हैं कि आपकी बात उन्हें समझ नहीं आ रही, उनकी बात आपको समझ नहीं ਤੁਸੀਂ आ ਮੇਰਾ ਪ੍ਰੋਗਰਾਮ ਕਰ ਰਹੇ ਹੋ ਜਾਂ ਮੇਰੇ ਤੇ ਕੋਈ ਡਾਕੂਮੈਂਟਰੀ ਕਰਨੀ ਹੈ ਤੁਸੀਂ? रही। नहीं, देखने वालों को पता होना चाहिए। ਮੈਨੂੰ ਮਿਊਜ਼ੀਅਮ ਦੇ ਵਿੱਚ ਰੱਖਣਾ ਆਪਣੇ? नहीं नहीं, देखने वालों को पता होना चाहिए। इंटरव्यू लेने का मकसद यही होता है कि हमारे देखने वाले सब कुछ जान सकें आपके बारे में। ਹਾਂਜੀ ਇਹ ਤੁਹਾਡੇ ਵੇਖਣ ਵਾਲੇ ਕਿੱਥੇ ਰਹਿੰਦੇ ਨੇ? हमारे देखने वाले इस स्क्रीन के उस पार देख रहे हैं। ਅੱਛਾ ਸਕਰੀਨ ਦੇ ਉਸ ਪਾਰ ਵੇਖ ਰਹੇ ਹਾਂ। ਨੇ ਤੇ ਉਹਨਾਂ ਨੂੰ ਪਤਾ ਹੈ ਕਿ ਮਤਲਬ ਮੇਰੀ ਕਿਹੋ ਜੀ ਲਾਈਫ ਹੈਗੀ ਇੱਥੇ ਸਾਰੇ ਮਤਲਬ ਸਾਰਿਆਂ ਨੂੰ ਪਤਾ ਕਿ ਕਿਹਦੀ ਲਾਈਫ ਕਿਹੋ ਜੀ ਹੈ। ਸਾਰਿਆਂ ਨੂੰ ਪਤਾ ਹੈ, ਮਤਲਬ ਕੋਈ ਅਲੱਗ-ਅਲੱਗ ਦੱਸਣ ਦੀ ਜ਼ਰੂਰਤ ਨਹੀਂ ਹੈਗੀ। ਬਹੁਤ ਸਾਰੇ ਲੋਕ ਇਹੋ ਜਿਹੇ ਹੋਣਗੇ ਜਿਨ੍ਹਾਂ ਨੇ ਮੈਨੂੰ ਵੇਖਿਆ ਹੋਣਾ ਮੈਨਹਟਨ ਦੇ ਵਿੱਚ। अच्छा। ਮੈਂ ਤੇ ਸੜਕਾਂ ਨਾਪ ਕੇ ਮੈਨੂੰ ਤੇ ਮੋੜਾਂ ਦਾ ਪਤਾ ਹੈ। ਮੈਂ ਤੇ ਕਿੱਥੇ ਜਾਵਾਂ ਮੋੜ ਯਾਦ ਕਰਦਾ ਮੈਂ ਕਿ ਜੀ ਪਹਿਲੇ ਇੰਜ ਮੋੜਨਾ, ਫਿਰ ਉਂਝ ਮੋੜਨਾ, ਫਿਰ ਇੰਜ ਮੋੜਨਾ ਤੇ ਉੱਥੇ ਆ ਜਾਣਾ ਬਸ। अच्छा, यानी राइट लेफ्ट टर्न जो है वो आप नहीं पढ़ सकते लेकिन मोड़ याद है आपको। ਨਹੀਂ ਮੈਂ ਪੜ ਸਕਦਾ ਬੀਬੀ, ਇੰਨਾ ਵੀ ਮਤਲਬ ਪਤਾ ਨਹੀਂ ਤੁਸੀਂ ਤੇ ਮੈਨੂੰ ਇੱਥੇ ਕੀ ਮਤਲਬ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਕੋਈ ਅਨਪੜ੍ਹ ਜਾਲ ਨਹੀਂ ਹੈਗਾ। ਮੈਂ ਤੁਹਾਨੂੰ ਦੱਸਿਆ ਕਿ ਮੈਂ ਪੜਿਆ ਨਹੀਂ ਤੇ ਲੇਕਿਨ ਮੈਂ ਕੜਿਆ ਜ਼ਰੂਰ ਹੋਇਆ ਬਹੁਤ। ਕੜਿਆ ਦਾ ਪਤਾ ਨਾ ਤੁਹਾਨੂੰ, ਜਿਵੇਂ ਦੁੱਧ ਕੱਢ ਕੇ ਲਾਲ ਹੋ ਜਾਂਦਾ। बिल्कुल बिल्कुल। ਮੈਂ ਕੜਿਆ ਹੋਇਆ। ਬਾਕੀ ਪਤਾ ਨਹੀਂ ਤੁਹਾਨੂੰ ਕਾਦੀਆਂ ਸ਼ੌਕੀਆਂ ਚੜੀਆਂ ਹੋਈਆਂ ਨੇ, ਮਤਲਬ ਮੈਨੂੰ ਤੇ ਸਮਝ ਨਹੀਂ ਆ ਰਹੀ। ਤੁਹਾਡੇ ਜੇ ਲੋਕੀ ਹੁੰਦੇ ਨੇ ਜਿਹੜੇ ਕਿਸੇ ਘਰ ਜਾਂਦੇ ਨੇ ਕਿਸੇ ਮਈਤ ਦੇ ਵਿੱਚ, ਫਿਰ ਕਹਿੰਦੇ ਨੇ ਜਾ ਕੇ ਹਾਏ ਹਾਏ ਵੇਖ ਮੁੰਡੇ ਦਾ ਐਕਸੀਡੈਂਟ ਹੋ ਗਿਆ, ਚਲੋ ਸ਼ੁਕਰ ਹੈ ਇਹਦਾ ਮੂੰਹ ਤੇ ਬਚ ਗਿਆ। ਉਹ ਇਹ ਭਾਈ ਸਵਾਲ ਮਰਿਆ, ਇੱਕ ਬੰਦਾ ਮਰ ਗਿਆ ਹੈ, ਉਸ ਤੋਂ ਬਾਅਦ ਉਹਦਾ ਮੂੰਹ ਬੱਚੇ ਨਾ ਬੱਚੇ ਉਹਦਾ ਕੀ ਫਾਇਦਾ, ਬੰਦਾ ਤੇ ਮਰ ਗਿਆ। मेरे सवाल से आपकी इस फजूल सी जुगत का क्या ताल्लुक? ਤਾਲੁਕ ਬਹੁਤ ਗਹਿਰਾ ਹੈ। ਮੈਂ ਤੁਹਾਨੂੰ ਦੱਸਦਾ ਕਿ ਜੀ ਕੀ ਤਾਲੁਕ ਹੈ। बताएं। ਜਿਵੇਂ ਚੰਦ ਤੋਂ ਬਗੈਰ ਚਾਂਦਨੀ ਕੱਲੀ ਹੈਗੀ, ਐਵੇਂ ਜੁਗਤ ਤੋਂ ਬਗੈਰ ਜਿਹੜਾ ਨਾ ਮੇਰਾ ਜਵਾਬ ਵੀ ਕੱਲਾ ਰਹਿ ਜਾਏਗਾ ਤੇ ਫਿਰ ਕੋਈ ਫਾਇਦਾ ਨਹੀਂ। अच्छा, आप इसके अलावा और क्या कर सकते हैं? ਮੈਂ ਡੰਡੂ ਕੱਟ ਸਕਦਾ। अच्छा। ਯੈਸ।
ਮੈਂ ਦੌੜਾ ਲਾ ਸਕਦਾ, ਮੈਂ ਦਰਖਤ ਤੇ ਚੜ ਜਾਂਦਾ, ਮੈਂ ਮਤਲਬ ਤੁਹਾਨੂੰ ਸਮਝ ਨਹੀਂ ਆਏਗੀ ਕਿ ਮੈਂ ਕੀ ਕਰ ਸਕਦਾ। ਮੈਂ ਬਹੁਤ ਕੁਝ ਕਰ ਸਕਦਾ। मल्टी टैलेंटेड। ਹਾਂਜੀ, ਮੈਂ ਇੱਕ ਹੱਥ ਨਾਲ ਗੱਡੀ ਚਲਾ ਲੈਂਦਾ, ਤੁਸੀਂ ਚਲਾ ਸਕਦੇ ਹੋ? नहीं, जो काम आप कर ਮੈਂ सकते ਇੱਕ हैं मैं ਹੱਥ नहीं कर ਨਾਲ सकती। ਗੱਡੀ ਦਾ ਦਰਵਾਜ਼ਾ ਖੋਲ ਲੈਂਦਾ। वो तो कोई मुश्किल काम नहीं है, कोई भी खोल लेता है। ਮੈਂ ਮਤਲਬ ਮੈਂ ਇੱਕ ਹੱਥ ਨਾਲ ਬਹੁਤ ਸਾਰੇ ਕੰਮ ਕਰ ਲੈਂਦਾ। ਮੈਂ ਤੇ ਮਤਲਬ ਆਪਣੀ ਗੱਡੀ ਨੂੰ ਵੀ ਇੱਕ ਹੱਥ ਨਾਲ ਹੀ ਸਾਫ਼ ਕਰ ਲੈਂਦਾ। अच्छा, ਹਾਂਜੀ, मैंने आपसे ये पूछा है, आप टैक्सी सर्विस के अलावा और क्या कर सकते हैं? ਗਾਣਾ ਗਾ ਸਕਦਾ, ਗਾ ਕੇ ਸੁਣਾਵਾਂ। हो जाए एक दफा। ਅਗੁੜ ਨਾਲ ਇਸ਼ਕ ਮਿੱਠਾ ਓਹੋ, ਅਗੁੜ ਨਾਲ ਇਸ਼ਕ ਮਿੱਠਾ ਓਹੋ, ਰੱਬਾ ਲੱਗਣਾ ਕਿਸੇ ਨੂੰ ਜਾਵੇ, ਗੁੜ ਨਾਲ ਇਸ਼ਕ ਮਿੱਠਾ। अरे, शुक्र है किसी पैसेंजर को तो नहीं सुनाया। नहीं नहीं, मैं आई एम बाथरूम सिंगर। हाँ, वो तो लग रहा है, वो तो लग रहा है मुझे। ਬਾਥਰੂਮ ਦੇ ਵਿੱਚ हाँ, ਜਾ ਕੇ ਬਹੁਤ ਉੱਚਾ ਗਾਣਾ। आपकी गायकी ने बता दिया। ਦੇਖੋ ਜੀ, ਇਕੱਲੇ ਘਰ ਦੇ ਵਿੱਚ ਬੰਦਾ ਰਹਿਵੇ ਤੇ मतलब ਇੰਨੀ ਤੇ ਆਜ਼ਾਦੀ ਹੁੰਦੀ ਹੈ ਨਾ। अच्छा, ये बताएं सरदार जी कि भारत की तरक्की में सिख बरादरी का कितना ताल्लुक है, कितना हाथ है? ਦੇਖੋ ਜੀ, ਬਹੁਤ ਬਹੁਤ ਕਿਰਦਾਰ ਹੈ ਭਾਰਤ ਦੀ ਤਰੱਕੀ ਦੇ ਵਿੱਚ ਸਿੱਖ ਬਰਾਦਰੀ ਦਾ ਬਹੁਤ। ਗੁਰੂ ਦੀ ਕਿਰਪਾ ਦੇ ਨਾਲ ਮਤਲਬ ਅਸੀਂ ਉਗਾਈ ਦਾ ਤੇ ਪੂਰਾ ਭਾਰਤ ਬਹਿ ਕੇ ਖਾਈਦਾ। अच्छा। ਮਤਲਬ ਹੈ ਕਿ ਜੀ ਅਸੀਂ ਉਗਾਈ ਜਾਈਏ ਤੇ ਤੁਸੀਂ ਖਾਈ ਜਾਓ। ਗੁੱਡੀ ਵਾਂਗੂ ਅੱਜ ਮੈਨੂੰ ਸੱਜਣਾ ਉਡਾਈ ਜਾਓ, ਉਡਾਈ ਜਾਓ। ਅਸੀਂ ਲਾਈਏ ਫਸਲਾਂ, ਅਸੀਂ ਕਰੀਏ ਮਿਹਨਤਾਂ, ਅਸੀਂ ਲਈਏ ਸਾਰਾ ਸਾਰਾ ਰਾਤ ਪਾਣੀ ਨਹਿਰਾਂ ਦੇ ਵਾਰੇ, ਇਹ ਸਾਰੀਆਂ ਚੀਜ਼ਾਂ। ਲੇਕਿਨ ਉਸ ਤੋਂ ਬਾਅਦ ਵੀ ਮਤਲਬ ਲੇਕਿਨ ਇੱਕ ਚੀਜ਼ ਹੈ, ਸਰਦਾਰ ਦੀ ਜਿਹੜੀ ਪੱਗ ਹੈ ਨਾ, ਇਹਦੇ ਉੱਤੇ ਕੋਈ ਮਖੌਲ ਨਹੀਂ। ਇਹਦੀ ਜਿਹੜੀ ਇੱਜ਼ਤ ਹੈ ਨਾ, ਉਹ ਸਰਦਾਰ ਨੂੰ ਆਪਣੇ ਦਿਲ ਕੋਲ ਵੀ ਜ਼ਿਆਦਾ ਹੁੰਦੀ। ਇਸ ਲਈ ਜਿਹੜਾ ਬੰਦਾ ਸਰਦਾਰ ਦੀ ਇੱਜ਼ਤ ਦੇ ਉੱਤੇ ਗੱਲ ਕਰਦਾ ਹੈ, ਫਿਰ ਸਰਦਾਰ ਤੁਹਾਨੂੰ ਪਤਾ ਹੈ, ਫਿਰ ਉਸ ਤੋਂ ਬਾਅਦ ਸਿੰਘ ਬਣ ਜਾਂਦਾ ਹੈ। ਇਹਦੇ ਉੱਤੇ ਤਾਂ ਕੰਪਰੋਮਾਈਜ਼ ਹੈ ਹੀ ਨਹੀਂ। ਪੱਗ ਦੇ ਉੱਤੇ ਕੋਈ ਗੱਲ ਨਹੀਂ ਕਰਨੀ ਚਾਹੀਦੀ, ਇੱਜ਼ਤ ਦੇ ਉੱਤੇ ਕੋਈ ਗੱਲ ਨਹੀਂ ਕਰਨੀ। ਸਰਦਾਰ ਇੱਜ਼ਤ ਹੀ ਹੈ ਸਰਦਾਰਾਂ ਕੋਲ। अच्छा सरदार जी, मोदी साहब के बारे में क्या कहेंगे आप? ਬਸ ਜੀ, ਕੋਈ ਫਾਇਦਾ ਨਹੀਂ ਹੋਇਆ ਮੋਦੀ ਸਾਹਿਬ ਦੇ ਆਉਣ ਦਾ। ਚਲਾ ਜਾਵੇਗਾ ਫਿਰ ਵੀ ਕੋਈ ਫਾਇਦਾ ਨਹੀਂ ਹੋਣਾ ਭਾਰਤ ਦਾ, ਕਿਸੇ ਦਾ ਵੀ ਕੋਈ ਫਾਇਦਾ ਨਹੀਂ ਹੋਇਆ ਨਾ। ਭਾਰਤ ਦੇ ਵਿੱਚ ਕਿਸੇ ਦਾ ਫਾਇਦਾ ਹੋ ਰਿਹਾ। ਉਹਨਾਂ ਨੇ ਕੋਈ ਮਾਮਲਾਤ ਮਸਾਇਲ ਕੀਤੇ, ਵੇਖੋ ਛੇੜਨ ਦੀ ਕੋਸ਼ਿਸ਼ ਕੀਤੀ, ਸਾਡੀ ਇੱਜ਼ਤ ਦੇ ਉੱਤੇ ਹਰਫ ਆਇਆ, ਅਸੀਂ ਸਾਰੇ ਇਕੱਠੇ ਹੋ ਗਏ। ਉਸ ਤੋਂ ਬਾਅਦ ਸਾਰੇ ਮਾਮਲਾਤ ਅਸੀਂ ਸੈੱਟ ਕਰਤੇ, ਤੁਸੀਂ ਵੇਖਿਆ ਹੋਣਾ। बिल्कुल देखा है। अच्छा, सियासत में कोई दिलचस्पी है आपको? ਹਾਂਜੀ, ਮੈਨੂੰ ਸਿਆਸਤ ਦੇ ਵਿੱਚ ਬਹੁਤ ਦਿਲਚਸਪੀ ਹੈ। ਬਸ ਮੇਰਾ ਦਿਲ ਕਰਦਾ ਹੈ ਕਿ ਮੈਂ ਇੱਥੇ ਅਮਰੀਕਾ ਦੇ ਵਿੱਚ ਕਿਸੇ ਦਿਨ ਸਦਰ ਬਣ ਜਾਵਾਂ। हैं ਹਾਂਜੀ डायरेक्ट सदर? ਹਾਂਜੀ, ਮਤਲਬ तो ਤੁਹਾਨੂੰ छोटा ਕਿਹੋ- मोटा होता, कोई कंप्रोमाइज कर ले। ਨਹੀਂ ਛੋਟੇ ਮੋਟੇ ਤੇ ਆਣਾ ਨਹੀਂ ਨਾ। ਮਤਲਬ ਜ਼ੀਦਾ ਤੇ ਜ਼ੀਦਾ ਫਿਰ ਕਿ ਜੀ ਸਦਰ ਹੀ ਬਣਨਾ ਇੱਥੇ। ਤੁਸੀਂ ਵੇਖ ਲੈਣਾ ਇੱਕ ਦਿਨ। बनेंगे आप? ਹਾਂਜੀ, ਤੁਸੀਂ ਮੇਰੇ ਕੋਲ ਹੁਣੇ ਨਾਲ ਆਟੋਗ੍ਰਾਫ ਲੈ ਲਓ। ਮੈਂ ਤੁਹਾਨੂੰ ਦੱਸ ਰਿਹਾ, ਫਿਰ ਮੈਂ ਟਾਈਮ ਨਹੀਂ ਦੇਣਾ ਉਸ ਵੇਲੇ। ਫਿਰ ਮੈਨੂੰ ਨਹੀਂ ਕਹਿਣਾ ਕਿ ਜੀ ਉਹ ਸਰਦਾਰ ਜੀ ਗੱਲ ਸੁਣੋ ਪਰ ਮੈਂ ਉਹ ਪ੍ਰੇਮੀ ਨਹੀਂ ਨਹੀਂ ਨਹੀਂ, ਉਸ ਵੇਲੇ ਫਿਰ ਕੋਈ ਪਰਮਾ ਪ੍ਰੇਮੀ ਨਹੀਂ ਹੋਣਾ। ਤੁਸੀਂ ਅਗਰ ਮੇਰੇ ਕੋਲੋਂ ਲੈਣਾ, ਕੋਈ ਦਸਤਖਤ ਦੁਸਤਖਤ ਕਰਾਣੇ ਨੇ, ਕੋਈ 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 शेर शोर लखाना, को गाना शाना, मतलब नहीं नहीं, ये काम आप अपनी गाड़ी टैक्सी के पीछे कीजिए। मैं अगर बढ़ गया ना, फिर उस बाद मैं फिर लिफ्ट नहीं करानी था। सरदार जी, आपको तो गुस्सा आ गया है, चलें आपको ठंडा करते हैं। ना गुस्सा तो आएगा ना, मतलब तुम गल्लां इहो जिहा कर रहे हो तो फिर बंदे नूं तो गुस्सा आएगा। अच्छा, मुस्तकबिल में मौसीकी में भी कोई दिलचस्पी रखते हैं? जैसे अभी आप कह रहे हैं आप अच्छा गाना गा लेते हैं। देखो जी, शौक तो मैनू बहुत है, लेकिन मैं इत्थे गया किसी रिकॉर्डिंग स्टूडियो ਦੇ ਵਿੱਚ। ਮੈਂ ਉਹਨਾਂ ਨੂੰ ਕਿਹਾ ਕਿ ਜੀ ਮੈਂ ਗਾਣਾ ਚਾਹੁੰਦਾ ਹਾਂ। ਉਹਨਾਂ ਨੇ ਮੈਨੂੰ ਕਿਹਾ ਕਿ ਜੀ ਜਾਓ, ਤੇਰੇ ਜਿਹਾ ਫਨਕਾਰ ਚੌਕੀਆਂ ਦੇ ਬਹਿ ਕੇ ਗਾਉਂਦਾ, ਤੂੰ ਮਤਲਬ ਇੱਥੇ ਸਟੂਡੀਓ ਦੇ ਲਾਇਕ ਨਹੀਂ ਹੈਗਾ। ਬਸ ਫਿਰ ਆਪਣਾ ਫਿਰ ਗੱਡੀ 'ਚ ਬਹਿ ਕੇ ਸ਼ੌਕ ਪੂਰਾ ਕਰੀਦਾ। ਮੈਂ ਇੱਕ ਮਾਈਕ ਲੈ ਆਪਣੇ ਕੋਲੋਂ। अच्छा। ਉਸ ਤੋਂ ਬਾਅਦ ਕੈਰੋਕੇ ਸਿੰਗਿੰਗ ਕਰਦਾ, ਕੈਰੋਕੇ ਪਿੱਛੇ ਮਿਊਜ਼ਿਕ ਚਲਾ ਕੇ ਉਸ ਤੋਂ ਬਾਅਦ ਅੱਗੇ ਮਤਲਬ ਇੰਜੋਏ ਕਰਦਾ ਆਪਣੀ ਲਾਈਫ ਨੂੰ। ਦੇਖੋ, ਕਿਸੇ ਹੋਰ ਨੂੰ ਅਗਰ ਮੇਰੀ ਦੁਨੀਆ ਦੀ ਪਰਵਾਹ ਨਹੀਂ ਹੈ, ਮੇਰੀ ਆਪਣੀ ਦੁਨੀਆ ਤੇ ਹੈ ਨਾ। ਮੈਂ ਆਪਣੀ ਦੁਨੀਆ ਨੂੰ ਤੇ ਖੁਸ਼ ਰੱਖ ਸਕਦਾ। ਬਸ ਮੈਂ ਆਪਣੇ ਆਪ ਨੂੰ ਰਾਜ਼ੀ ਕਰ ਲੈਣਾ।
अच्छा सरदार जी, एक बात तो बताएं, पाकिस्तानी पंजाब और भारत के पंजाब में क्या फ़र्क है? मेरा जो एक्सपीरियंस है ना, नो डिफरेंस बिटवीन बोथ साइड्स। ਦੋਵਾਂ ਪਾਸਿਆਂ ਦੇ ਲੋਕ ਬੜੇ ਲਵਲੀ ਨੇ, ਬਹੁਤ ਚੰਗੇ। ਮਤਲਬ ਸਵਾਦ ਆ ਜਾਏ ਤੁਹਾਨੂੰ ਲਾਈਫ ਦਾ, ਓ ਹੋ ਮਜ਼ਾ ਆ ਜਾਂਦਾ ਜਦੋਂ ਜਾਈਏ। ਮੈਨੂੰ ਤਾਂ ਖੈਰ ਕਦੇ ਵੀ ਕੋਈ ਫਰਕ ਨਹੀਂ ਲੱਗਾ, ਮਤਲਬ ਬਹੁਤ ਇੱਜ਼ਤ ਮਿਲਦੀ ਹੈ ਜਿੱਥੇ ਵੀ ਜਾਈਏ। ਦੇਖੋ ਜੀ, ਸਰਦਾਰ ਦੀ ਇੱਜ਼ਤ ਪੰਜਾਬ ਵਿੱਚ ਨਹੀਂ ਹੋਏਗੀ ਤੇ ਹੋਰ ਕਿਤੇ ਹੋਏਗੀ। हाँ, ये भी है। ਭਾਵੇਂ ਪਾਕਿਸਤਾਨ ਦਾ ਪੰਜਾਬ ਹੋਏ ਜਾਂ ਭਾਰਤ ਦਾ। अच्छा सरदार जी, आपका कभी पाकिस्तान जाना हुआ? हाँ जी, बहुत बारी। पाकिस्तान जन्म स्थान एंड पंजा साहब, हसन अब्दाल, तख्त भाई, उस तो बाद लाहौर, कराची, माय फेवरेट प्लेसेस। अच्छा। मैं बहुत विजिट किया लाहौर नू, कराची नू, ते पंजा साहब ते जाईदा, फिर मतलब बड़ा रूह नू सुकून मिलता है, शांति मिलती है बड़ी मन नू। ठीक है सरदार जी, यहाँ हम लेंगे ब्रेक और ब्रेक के बाद वापस आने के बाद हम सरदार साहब से पूछेंगे कि सरदार साहब इतने कंजूस क्यों हैं। नाज़रीन, सरदार साहब हमारे साथ मौजूद हैं। अच्छा सरदार साहब, ये बताइए कि आप इतने कंजूस क्यों हैं? कंजूस तो देखो, कदी कदी बनना पैंदा बंदे नू। मेरा दिल बहुत खुला है, अच्छा। मेरा जहन बहुत खुला है, मेरा दिल बहुत बड़ा है, मेरा जहन बहुत बड़ा है। कई लोग कहते हैं कि जी मेरी तो जबान भी बड़ी है, लेकिन मैं नहीं कहता। अच्छा, आप नहीं मानते? मेरे कुछ दोस्त है ने कंजूस, तो फिर कंजूसा नाल ते तुहानू पता है, कंजूस प्लस कंजूस इज इक्वल टू कंजूस, महाकंजूस। महाकंजूस, यस। वाह वाह वाह, देखें देखें, क्या बात। पता है ना मुझे। बहुत अच्छे, बहुत हाँ। अच्छे, मजा आ गया। ठीक है। अच्छा सरदार साहब, ये बताएं कि क्या आप दिल फेंक हैं? दिल फेंक मैं जी थोड़ा जिना, यस आई एम। देखो जी, कहते हैं कि जी बंदा ਉਹ ਜਿਹੜਾ ਆਪਣੀ ਗੱਲ ਮੰਨ ਜਾਏ, ਉਸ ਤੋਂ ਬੰਦਾ ਦੁਨੀਆ ਦੇ ਵਿੱਚ ਕੋਈ ਵੱਡਾ ਹੋ ਹੀ ਨਹੀਂ ਸਕਦਾ। अच्छा। ਜਿਹੜਾ ਮੰਨ ਜਾਏ ਨਾ, ਕਹਿੰਦੇ ਨੇ ਕਿ ਜੀ ਮੰਨ ਜਾਣ ਜਿਹੜਾ ਨਾ ਜਵਾਨ ਦਾ ਕੰਮ ਹੈ। ਤੇ ਹੈ ਥੋੜੀ ਜਿੰਨੀ ਆਦਤ ਦਿਲ ਫੈਂਕਣ ਦੀ। ਕਦੀ ਕਦੀ ਮਤਲਬ ਬੜਾ ਦਿਲ ਕਰਦਾ ਹੈ, ਕਦੀ ਕਦੀ ਲਾਈਵ ਦਿਲ ਫੈਂਕਦਾ। अच्छा। ਤੇ ਕਦੀ ਕਦੀ ਟੀਵੀ ਸਕਰੀਨ ਦੇ ਵਿੱਚ ਤੇ ਵੀ ਦਿਲ ਕਰ ਜਾਂਦਾ। और ਜਿਹੜੀਆਂ ਕੁੜੀਆਂ ਨਹੀਂ ਪੈਂਦੀਆਂ, ਕਦੀ ਉਹ ਹੈਡਲਾਈਨਸ ਆਪਣੇ ਜਾਨੀ, एंकर्स। हाँ जी, एंकर्स ਜਿਹੜੀਆਂ ਕੁੜੀਆਂ ਹੁੰਦੀਆਂ हाँ ਨੇ, हाँ। ਕਿ ਜੀ ਹੈਡਲਾਈਨਸ ਆਪਨੇ ਜਾਨੀ ਜਾਨੀ जानी जानी जानी। अच्छा। हाँ जी, मैं आपका मतलब नहीं समझी। आपको एंकर्स क्यों अच्छे लगते हैं? मैं ਤੁਹਾਨੂੰ ਸਮਝਾ ਰਿਹਾ ਨਾ। हाँ। ਦੇਖੋ, ਜਿਹੜੇ ਵੇਲੇ ਕਿਸੇ ਸਕਰੀਨ ਦੇ ਉੱਤੇ ਬੈ ਕੇ ਕੋਈ ਐਂਕਰ ਤੁਹਾਨੂੰ ਕਵੇ ਕਿ ਜੀ ਜਾਨੀ, उससे पहले वाला जुमला भी तो सुन लेना। वो कहती है कि जी हेडलाइन आपने जानी, मिलते हैं ब्रेक के बाद। ਤੇ ਉਹ ਮਤਲਬ ਮੈਨੂੰ ਲੱਗਦਾ ਜਿਵੇਂ ਮੈਨੂੰ ਕਹਿ ਰਹੀ ਹੋਵੇ ਕਿ ਜੀ ਜਾਨੀ ਮਿਲਤੇ हैं ब्रेक के बाद। तो पहले वाला जुमला आप आगे पीछे ਮੇਰੇ करिए। ਜਿਹੜੇ ਮਤਲਬ ਦੀ ਗੱਲ ਹੈ ਮੈਂ ਤੇ ਉਹੀ ਕੱਢਾਂਗਾ। ਜਿਹੜੇ ਮੇਰੇ ਮਤਲਬ ਦੇ ਲਫ਼ਜ਼ ਹੈਗੇ ਨੇ ਮੈਂ ਤੇ ਉਹੀ ਛੋੜਨੇ ਨੇ ਉੱਥੋਂ। ਬਸ ਬਹੁਤ ਕੁੜੀਆਂ ਹੈਗੇ ਨੇ 3-4 ਮਿੰਟ ਬਹੁਤ ਚੰਗੇ ਲੱਗੇ। ਓਹੋ, मतलब आप न्यूज़ खोरी करते हैं। अच्छा, न्यूयॉर्क में रहने वाले लोग आपको कैसे लगते हैं? ਨਿਊਯਾਰਕ ਦੇ ਵਿੱਚ ਲੋਕ ਚੰਗੇ ਰਹਿੰਦੇ ਨੇ, ਬਹੁਤ ਵਧੀਆ ਦਿਲਾਂ ਦੇ, ਮਤਲਬ ਬਹੁਤ ਬਿਹਤਰੀਨ ਲੋਕ, ਮਤਲਬ ਮਜ਼ਾ ਆ ਜਾਏ ਤੁਹਾਨੂੰ। ਮੈਂ ਤੇ ਦੇਖੋ, ਮੈਂ ਤੁਹਾਨੂੰ ਇੱਕ ਬੜੇ ਗੁਰੂ ਦੀ ਗੱਲ ਦੱਸਦਾ। ठीक है। ਜੇ ਤੁਹਾਡਾ ਆਪਣਾ ਦਿਮਾਗ ਪੋਜ਼ਿਟਿਵ ਹੈ ਤੇ ਤੁਹਾਨੂੰ ਪੋਜ਼ਿਟਿਵ ਲੋਕੀ ਲੱਭਣਗੇ, ਤੁਸੀਂ ਲੱਭ ਲਓਗੇ। ਜੇ ਤੁਹਾਡਾ ਆਪਣਾ ਦਿਮਾਗ ਨੈਗੇਟਿਵ ਹੈ ਤੇ ਫਿਰ ਤੁਹਾਨੂੰ ਨੈਗੇਟਿਵ ਹੀ ਲੱਭਣੇ ਨੇ। ਕਿਉਂਕਿ ਅਗਰ ਮੇਰਾ ਦਿਮਾਗ ਪੋਜ਼ਿਟਿਵ ਹੋਏਗਾ ਤੇ ਮੈਂ ਕਿਸੇ ਹੋਰ ਦੇ ਵਿੱਚ ਨੈਗੇਟਿਵ ਚੀਜ਼ਾਂ ਤਲਾਸ਼ ਨਹੀਂ ਕਰਾਂਗਾ, ठीक ਮੈਂ है। ਤੇ ਪੋਜ਼ਿਟਿਵ ਚੀਜ਼ਾਂ ਤਲਾਸ਼ ਕਰਾਂਗਾ। ਪੋਜ਼ਿਟਿਵ ਜਿਹੜੇ ਵੇਲੇ ਰਲਦਾ ਬੜਦਾ ਪੋਜ਼ਿਟਿਵ, ਤੇ ਨੈਗੇਟਿਵ ਜਿਹੜੇ ਵੇਲੇ ਰਲਦਾ ਉਹ ਇੱਕ ਦੂਜੇ ਨੂੰ ਕਰਦਾ ਦਫਾ।
ਉਹਨੂੰ ਕਹਿੰਦੇ ਨੇ ਰਿਪੈਲ। ਇੰਨਾ ਮੈਨੂੰ ਪਤਾ ਹੈ। अच्छा ਹਾਂਜੀ, ਇਹ ਵੈਸੇ ਮੈਂ ਕਰੰਟ ਦੀ ਤਾਰੀਫ ਕਰ ਰਿਹਾ ਸੀ, अच्छा अच्छा। ਲੇਕਿਨ ਇਹ ਜਿਹੜਾ ਸੈਂਸੀ ਕੁਲੀਆ ਹੈ ਕਿ ਨਹੀਂ, ਇਨਸਾਨਾਂ ਤੇ ਵੀ ਮਤਲਬ ਸਾਦੇ ਰਹਿੰਦਾ ਹੈ। तो मीडिया की फील्ड में आने का शौक है आपको? ਗਾਉਣ ਦਾ ਸ਼ੌਕ ਹੈ ਬਸ ਮੈਨੂੰ। ਹਾਂ, ਮੇਰਾ ਦਿਲ ਕਰਦਾ ਹੈ ਕਿ ਮੈਂ ਹਰ ਵੇਲੇ ਮਤਲਬ ਗਾਉਂਦਾ ਰਵਾਂ। ਮੇਰਾ ਦਿਲ ਕਰਦਾ ਕਿ ਜੀ ਮੈਂ ਇੱਕ ਫਿਲਮ ਬਣਾਵਾਂ, ਉਹਦੇ ਵਿੱਚ ਮੈਂ ਹੀਰੋ ਆ ਜਾਵਾਂ। ਨੀਰੋ ਬਾਜਵਾ ਨੂੰ ਲੈ ਲਾ ਨਾਲ, ਉਹ ਜਿਹੜੀ ਕਤਰੀਨਾ ਕੈਫ हाँ ਪੰਜਾਬੀ, हाँ। ਉਸ ਤੋਂ ਬਾਅਦ ਮੈਂ ਉਹ ਫਿਲਮ ਦੇ ਸਾਰੇ ਗਾਣੇ ਵੀ ਮੈਂ ਹੀ ਗਾਵਾਂ। अच्छा ਹਾਂਜੀ, ਵੇਖਣਾ ਤੁਸੀਂ, ਮਤਲਬ ਫਿਲਮ ਛੱਪਰ ਫਾੜ ਕਮਾਈ ਕਰੇਗੀ ਬਹੁਤ ਜ਼ਿਆਦਾ, ਲੇਕਿਨ ਅਜੇ ਮੈਨੂੰ ਟਾਈਮ ਨਹੀਂ ਮਿਲ ਰਿਹਾ ਨਾ। ਅੱਜ ਕੱਲ੍ਹ ਬੜੇ ਮਸਾਇਲ ਬਹੁਤ ਜ਼ਿਆਦਾ ਹੈਗੇ ਨੇ। ਮੇਰੇ ਅੰਦਰ ਐਕਟਿੰਗ ਦਾ ਜਿਹੜਾ ਸਮੁੰਦਰ ਹੈ ਨਾ, ਠਾਠਾ ਮਾਰ ਰਿਹਾ। ਤੁਸੀਂ ਕਦੀ ਮੌਕਾ ਦਿਓ ਨਾ ਮੈਨੂੰ ਆਪਣੇ ਟੀਵੀ। दिया आपको मौका, आपको मौका दिया। ਮਤਲਬ ਮੈਨੂੰ ਇਹ ਵੀ ਦੱਸੋ ਨਾ ਕਿ ਮੈਂ ਕੀ ਕਰਕੇ ਵਿਖਾਵਾਂ। गा के दिखा दें, पहले गा के सुना, कुछ ना कुछ अच्छा होना चाहिए। आप तो फंस ही गए हैं। ਨਹੀਂ, ਮੈਂ ਸੋਚ ਰਿਹਾ ਮਤਲਬ ਕੀ ਤੁਸੀਂ ਮੈਨੂੰ ਵਕਤ ਪਾਤਾ। नहीं, आप पूरी मूवी के गाना गाना चाहते हैं तो हाँ। जरा कुछ यहाँ भी हो जाए। ਗਾਣਾ ਸੋਚਣਾ ਪਏਗਾ ਪਹਿਲੇ। चलें, सोचने का मौका भी दिया, ਹਾਂਜੀ, ਇਹ ਕੋ 5 ਮਿੰਟ ਮਿਲ ਜਾਣਗੇ ਸੋਚਣ ਲਈ। तो इसमें तो हमारा प्रोग्राम खत्म हो जाएगा। ਅੱਛਾ ਜੀ, ਤੁਹਾਡਾ ਟਾਈਮ ਹੀ ਖਤਮ ਹੁੰਦਾ। हाँ जी, ਚਲੋ ਮੈਂ ਤੁਹਾਨੂੰ ਇੱਕ ਲੋਕ ਗਾਣਾ ਸੁਣਾਉਂਦਾ, ठीक है, ਪੰਜਾਬੀ, ਜੱਗਾ। सुनाइए। ਜੱਗਾ ਜੰਮਿਆ ਤੇ ਮਿਲਣ ਵਧਾਈਆਂ, ਜੱਗਾ ਜੰਮਿਆ ਤੇ ਮਿਲਣ ਵਧਾਈਆਂ, ਉਹ ਜੱਗਾ ਜੰਮਿਆ ਤੇ ਮਿਲਣ ਵਧਾਈਆਂ, ਵੱਡਾ ਹੋ ਕੇ ਡਾਕੇ ਮਾਰਦਾ ਜੱਗਿਆ, ਉਹ ਟੁਰ ਪਰਦੇਸ ਗਇਓ ਬੂਆ ਵੱਜਿਆ, ਉਹ ਜੱਗ ਜੱਟ ਦੇ ਕਬੂਤਰ ਚੀਨੇ, ਜੱਗ ਜੱਟ ਦੇ। आप साथ साथ हे भी करें। नहीं, आप अपना शौक पूरा कीजिए, मैंने अच्छा। आपको मौका दिया। अच्छा, हाँ। और जग जट दे कबूतर चीन नदियों पार झुकदे जगया, और टुर परदेस गयो बुआ वजया। उम्मीद है कि हमारे नाजरीन को भी आपका ये गाना जरूर पसंद आया होगा। हाँ जी, बिल्कुल बिल्कुल। ਤੁਹਾਡੇ ਨਾਜ਼ਰੀਨ ਅਗਰ ਪਸੰਦ ਕਰਨ ਤੇ ਮੈਨੂੰ ਦੱਸਣਾ, ਫਿਰ ਮੈਂ ਹੋਰ ਗਾਣੇ ਵੀ ਸੁਣਾਵਾਂਗਾ। ਇਹ ਤੁਹਾਡਾ ਪ੍ਰੋਗਰਾਮ ਜਿਹੜਾ ਹੈ ਫੇਸਬੁੱਕ YouTube ਤੇ ਜਾਂਦਾ ਹੈ? जी जी, तमाम सोशल मीडिया प्लेटफॉर्म्स पर हम अपलोड करते हैं इसको। ਅੱਛਾ, ਇਹ ਡੱਬਿਆਂ ਡੁੱਬਿਆਂ ਤੇ ਚੱਲਦਾ ਤੁਹਾਡਾ ਚੈਨਲ? हाँ, चलता है। ਇਹ ਡੱਬੇ ਜਿਹੜੇ ਹੁੰਦੇ ਨੇ केड़े? IP ਬਾਕਸਸ, हाँ, ਉਹਦੇ ਤੇ ਚੱਲਦਾ ਤੁਹਾਡਾ? उसको ਮੇਰੇ क्या ਕੋਲ बोलते ਵੈਸੇ ਐਪਲੀਕੇਸ਼ਨ ਹੈ ਤੁਹਾਡੇ ਟੀਵੀ ਦੀ। ਆਈ ਹੈਵ ਐਪਲੀਕੇਸ਼ਨ। अच्छा, ਹਾਂਜੀ हाँ तो बस चलता है, आप उसमें देखिएगा। ਹਾਂਜੀ, ਓਕੇ। चाहे तो आप YouTube पे देख सकते हैं, फेसबुक पे देख सकते हैं, दोनों जगह पर अपलोड होता है। ਮੈਨੂੰ ਜ਼ਰਾ ਲਿੰਕ ਭਿਜਵਾ ਦੇਣਾ ਪਲੀਜ਼। जरूर। अच्छा, आज आप हमारे स्टूडियो में काफी सज धज कर आए। ਹਾਂਜੀ, ਦੇਖੋ ਮੈਂ ਤੇ ਸੱਜ ਧੱਜ ਕੇ ਰਹਿਣਾ। ਸੱਜ ਬੰਦਾ ਮਤਲਬ ਥੋੜਾ ਜਿਹਾ ਨਜ਼ਰ ਖੂਬਸੂਰਤ ਲੱਗਣਾ ਚਾਹੀਦਾ ਬੰਦੇ ਨੂੰ, ਤੇ ਵਾਹਿਗੁਰੂ ਦੀ ਕਿਰਪਾ ਨਾਲ ਰੰਗ ਰੂਪ ਵੀ ਹੈ। अच्छा। ਨਾ ਬੰਦੇ ਦਾ ਪ੍ਰੇਮ ਹੋਵੇ ਤੇ ਰੰਗ ਰੂਪ ਤੇ ਫਿਰ ਆਪੇ ਆ ਜਾਂਦਾ। अच्छा सरदार जी, अक्सर ये बात कही जाती है कि सरदार बहुत मासूम होते हैं, तो इसमें कितनी हकीकत है? ਦੇਖੋ ਨਾ, ਮੈਂ ਇੱਕ ਦਿਨ ਆਪਣੇ ਘਰੋਂ ਬਾਹਰ ਨਿਕਲਿਆ, ਉਸ ਤੋਂ ਬਾਅਦ ਮੈਂ ਵੇਖਿਆ ਕਿ ਜੀ ਕੇਲੇ ਦਾ ਛਿਲਕਾ ਪਿਆ। ਮੈਂ ਸੋਚਿਆ ਉਹ ਅੱਜ ਫੇਰ ਤਿਲਕਣਾ ਪੈਣਾ। अच्छा, ठीक है। ਹਾਂਜੀ, तो ਤੁਹਾਨੂੰ ਪਤਾ ਲੱਗ ਗਿਆ ਹੋਗਾ। हाँ हाँ, मुझे समझ में आ गया, बिल्कुल। ਜੇ ਤੁਹਾਨੂੰ ਸਮਝ ਨਹੀਂ ਆਇਆ ਜਾਂ ਕਿਸੇ ਹੋਰ ਨੂੰ ਸਮਝ ਨਹੀਂ ਆਇਆ तो मैं नहीं नहीं, हमारे देखने वालों को भी समझ आ गया, मुझे भी आ गया, और ये जो सब लोग हमारे साथ बैठे काम कर रहे हाँ हैं, जी। इन सबको भी समझ आ गया। बहुत 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 अच्छी गल है। मतलब आप काफी मासूम हैं। अच्छा, कभी क्लब वगैरह गए? हाँ हाँ जी, मतलब जाना ਹੁੰਦਾ ਹੈ। अच्छा, देखो ये शक्ल भी ਕਹਿੰਦੇ ਨੇ रखते ਕਿ ਜੀ हैं। ਮਨ ਜਾਣ ਜਵਾਨ ਦਾ ਕੰਮ ਹੈ, ਤੇ ਮੈਂ ਮੰਨ ਰਿਹਾ ਕਿ ਮਤਲਬ ਜਾਈਦਾ ਥੋੜਾ ਜਿੰਨਾ, ਇਹੀ ਤੇ ਉਮਰ ਹੈ ਜੀ। बिल्कुल है। ਉਸ ਤੋਂ ਬਾਅਦ ਫਿਰ ਕਿਹਨੇ ਪੁੱਛਣਾ ਹੈ? ਇਸ ਲਈ ਬਹੁਤ ਮਜ਼ਾ ਆਉਂਦਾ ਹੈ। अच्छा, ਹਾਂਜੀ।
कितना एंजॉय करते हैं? ਮਤਲਬ ਸਰਦਾਰਾਂ ਦੀ ਬਹੁਤ ਇੱਜ਼ਤ ਕਰਦੇ ਨੇ ਲੋਕ। अच्छा। ਉੱਥੇ ਜਾਈਦਾ ਥੋੜਾ ਜਿੰਨਾ ਜ਼ਰਾ ਮਤਲਬ ਪੈਗ ਪੁਗ ਲਾਈ ਤੇ ਇੱਕ ਦਿਨ ਤੇ ਮੈਨੂੰ ਚੜ ਗਈ। ਤੁਹਾਨੂੰ ਪਤਾ ਸੀ ਤੇ ਆ ਸਾਊਥ ਏਸ਼ੀਅਨ हाँ ਮਟਕੇ ਦੇ ਮਟਕੇ ਪੀ ਜਾਈਏ, हाँ ਚੜ ਗਈ। ਉਸ ਤੋਂ ਬਾਅਦ ਮੈਂ ਕਿਹਾ ਓਏ ਬੰਦ ਕਰੋ 뮤직 ਨੂੰ। ਉਹਨਾਂ ਨੇ ਫੜ ਕੇ ਮੈਨੂੰ ਕਮਰੇ ਦੇ ਵਿੱਚ ਬੰਦ ਕਰਤਾ। ਪਹਿਲੇ 뮤직 ਬੰਦ ਕੀਤਾ, अच्छा। ਫਿਰ ਸਾਰੀਆਂ ਲਾਈਟਾਂ ਬੰਦ ਕੀਤੀਆਂ, ਫਿਰ ਮੇਰਾ ਮੂੰਹ ਬੰਦ ਕੀਤਾ। ਉਸ ਤੋਂ ਬਾਅਦ ਫਿਰ ਮੈਨੂੰ ਇੰਨਾ ਮਾਰਿਆ ਕਿ ਪਤਾ ਨਹੀਂ ਕਿੰਨਾ ਮਾਰਿਆ, अच्छा। ਬਹੁਤ ਮਾਰਿਆ। ओहो, बहुत अफसोस हुआ ਬਸ मुझे। ਉਸ ਤੋਂ ਬਾਅਦ ਫਿਰ ਤੇ ਮੇਰੀ ਆਵਾਜ਼ ਹੀ ਬੰਦ ਹੋ ਗਈ। फिर क्लब जाना छोड़ दिया? 4 ਦਿਨ ਫਿਰ ਮੈਂ ਕਮਰੇ ਦੇ ਵਿੱਚ ਬੰਦ ਹੋ ਗਿਆ। अच्छा अच्छा। ਹਾਂਜੀ, ਫਿਰ ਕਲੱਬ ਜਾਣਾ ਵੀ ਬੰਦ ਹੋ ਗਿਆ। ਬਸ ਨਹੀਂ ਗਿਆ ਫਿਰ ਉਸ ਤੋਂ ਬਾਅਦ ਮੈਂ ਕਦੀ। उसके बाद नहीं सोचा कि इस तरह जाना नहीं, चाहिए? नहीं, सोचा ही नहीं। अच्छा सरदार साहब, हमारे देखने वालों को प्रोग्राम के इख्तिताम पर कोई मैसेज, कोई पैगाम देना चाहें आप? देखो जी, पैगाम तो कोई नहीं, बस मैनू आके बहुत वधिया लग्या। बहुत मतलब मजा आया इत्थे आके, बहुत मजा आया। ਤੁਹਾਡਾ बहुत बहुत शुक्रिया कि तुसी मैनू अपने प्रोग्राम दे विच सटिया। आप इतने तमीज से बैठे हुए थे, क्या हो गया है? मैं थोड़ा जी नजर मतलब इतना भी अच्छा नहीं लगना sorry, चाहिए। मैं हाँ थोड़ा प्लीज जी। मैं मतलब बहुत शुक्रिया कि तुसी मैनू सटिया, मेरा मान वधाया। बस वाहिगुरु का खालसा, वाहिगुरु की फतेह। सत श्री अकाल जी सारिਆਂ ਨੂੰ। ठीक। नाजरीन, आज हमने आपकी मुलाकात करवाई सरदार परमजीत सिंह से। यकीनन आप भी इनकी तरह हंसते मुस्कुराते रहेंगे। देखते रहिए वो सा टीवी।